ਸਤਨਾਮ ਸ਼੍ਰੀ ਵਾਲਮੀਕ ਸਾਹਿਬ ਜੀ। ਸਤਨਾਮ ਸ਼੍ਰੀ ਵਾਲਮੀਕ ਸਾਹਿਬ ਜੀ। हरि ओम गुरु जी। आदेश गुरु जी आदेश, आदेश गुरु भगवान जी आदेश। सो अज दी विचारधारा सांझी करते हैं परम पिता परमात्मा सतगुरां दे नाम का ओट आसरा लैके। वो परम पिता परमात्मा सतगुरु दीन दयाल जो सब जीवां ते दया दृष्टि करने वाले हैं, सब जीवां ते रहमतां बख्शिशां करने वाले हैं। तिन्हां लोकां दे मार्ग पर चौं जुगां दे कोतारी परम पिता परमात्मा आदि कबीर दे नाम का ओट आसरा लैके फतेह की सांझ पाते हैं। अज का विचारधारा साझा करते हैं। बोले सौ निरपै अजर मत कालदर्शी जगत गुरु आदि कवि वाल्मीकि दयावान जी की जय। शब्द गुरु की जय। सतनाम। जिवें वंडे ताजगी फुल्लां दे खुशबू, जिवें वंडे ताजगी फुल्लां दे खुशबू, जग विच वंडे रोशनी यूं सूरज दी लो। ऐदां ही विच संसार दे महापुरखां दा नूर वंडदा जावे दिलां नूं खुशियां दा सुरूर। क्या बात है। धन गुरुदेव, धन गुरुदेव, धन गुरुदेव। सुकल संगत जीओ उदाहरण ले सी मधुमक्खी दी। जो मधुमक्खी अंदर गुण है वो साझे किए गए। उस तो उल्ट जो घरेलू मक्खी है उन्होंने अवगुणा जिक्र किया गया। सो अपना अपना सुभाव है, अपना अपना सुभाव है। जिवें कल कथा समाप्त हुई, विचारों के विश्राम हुए, भाई साहब ने अपनी विचार रखे कि कोई रब का बंदा आया, उसने मधु इकट्ठा कर लिया। जो मधुमक्खियां ने इकट्ठा किया सी अपनी मेहनत मशक्कत के नाल। रब का बंदा आया, वो मधु लिया इकट्ठा किया, समेटना किया तो चला गया। हुण मधुमक्खी नूं होर जानवर आखदे आ, पंछी परिंदे आखदे आ कि भाई तेरी मेहनत कोई लै गया, गुणा का खजाना कोई लै गया। तो मधुमक्खी दुखी नहीं हुई, परेशान नहीं हुई। भाई ठीक है, उन्हां अंदर गुण सी, तत्त सी, जिन्होंने गुणा की लोड़ सी, तत्तां की लोड़ सी, वो लै गए है। रब के बंदे लै गए है। मेरी मेहनत काम आ गई है उन्हें जीवां दे, मुबारक है। दुखी परेशानी कहने लगी कि भाई मेरे तो गुण है, मेरे तो कला है, रब ने मैनू गुण दिता है, कला दी है, मैं फिर इकट्ठा कर लाँगी, मैं फिर जमा कर लाँगी। इतों की पता लगता है, महसूस की करते हो तुसीं? क्योंकि ਜਿਹੜੇ अंदर ਹੁੰਦੀਆਂ ਚੰਗਿਆਈਆਂ, ਜਿਹਦੇ अंदर ਹੁੰਦੇ ਆ गुण,
ਉਹ ਚੰਗਾ ਹੀ ਸੋਚਦਾ ਹੈ ਤੇ ਚੰਗਾ ਹੀ ਭਾਲਦਾ ਹੈ। ਜਿਵੇਂ ਹਜ਼ਰਤ ਈਸਾ ਮਸੀਹ ਕਹਿਣ ਲੱਗੇ, ਭਾਈ ਜੋ ਖੋਜੋਗੇ ਸੋ ਪਾਓਗੇ। ਇਹ ਤਾਂ ਅੰਗ ਅੰਗ ਤੇ ਬਾਣੀ ਵੀ ਕਹਿੰਦੀ ਹੈ, ਗੁਰੂ ਮਹਾਰਾਜ ਸਮਝਾਉਣਾ ਕਰਦੇ ਨੇ, ਜੋ ਬਰੇ ਮੰਡੇ ਸੋਈਓ ਪਿੰਡੇ, ਜੋ ਖੋਜੇ ਸੋ ਪਾਏ। ਜੋ ਖੋਜੋਗੇ ਉਹ ਪਾਓਗੇ। ਜੇ ਸੱਚ ਦੀ ਖੋਜ ਕਰਨ ਲਈ ਤੁਰੋਗੇ, ਹੱਕ ਦੀ ਖੋਜ ਕਰਨ ਲਈ ਤੁਰੋਗੇ, ਤੇ ਚਾਰੇ ਪਾਸੇ ਤੁਹਾਨੂੰ ਹੱਕ ਹੀ ਨਜ਼ਰ ਆਏਗਾ, ਉਹ ਸੱਚ ਹੀ ਨਜ਼ਰ ਆਏਗਾ, ਗੁਣ ਹੀ ਨਜ਼ਰ ਆਉਣਗੇ, ਸਭ ਚੰਗੇ ਨਜ਼ਰ ਆਉਣਗੇ। ਜੇ ਤੁਹਾਡਾ ਸੁਭਾਅ ਗੁਣਾਂ ਵਾਲਾ ਹੈ, ਚੰਗਾ ਹੈ, ਜਿੱਧਰ ਜਾਓਗੇ ਚੰਗਾ ਹੀ ਪਾਓਗੇ। ਭਾਵੇਂ ਸਾਹਮਣੇ ਬੰਦਾ ਲੱਖ ਬੁਰਾ ਕਿਉਂ ਨਾ ਹੋਵੇ, ਲੱਖ ਮੂਰਖ ਕਿਉਂ ਨਾ ਹੋਵੇ, ਉਹ ਵੀ ਤੁਹਾਨੂੰ ਚੰਗਾ ਲੱਗੇਗਾ, ਖੂਬਸੂਰਤ ਲੱਗੇਗਾ, ਗੁਣਕਾਰੀ ਲੱਗੇਗਾ, ਰੱਬ ਦਾ ਨੂਰ, ਰੱਬ ਦੀ ਜੋਤ ਲੱਗੇਗਾ, ਕਿਉਂਕਿ ਤੁਹਾਡੇ ਅੰਦਰ ਉਹ ਗੁਣ ਹੈ, ਚੰਗੇ ਗੁਣ, ਉਹ ਸੁੰਦਰਤਾ ਤੁਹਾਡੇ ਅੰਦਰ ਹੈ। ਇਸ ਕਰਕੇ ਤੁਹਾਨੂੰ ਸਾਰਾ ਜਹਾਨ ਹੀ ਸੁੰਦਰ ਜਾਪਦਾ ਹੈ। ਉਹ ਚੰਗਾ ਗੁਣ ਤੁਹਾਡੇ ਅੰਦਰ ਹੈ, ਸਾਰਾ ਸੰਸਾਰ ਤੁਹਾਨੂੰ ਚੰਗਾ ਜਾਪਦਾ ਹੈ। ਸੋ ਇਹ ਗੁਣ ਹੈ। ਮਧੂਮੱਖੀ ਦੇ ਅੰਦਰ ਗੁਣ ਸੀ, ਕਹਿੰਦੇ ਭਾਈ ਕੋਈ ਗੱਲ ਨਹੀਂ, ਜੇ ਲੈ ਗਿਆ ਮੁਬਾਰਕ, ਮੇਰੇ ਅੰਦਰ ਗੁਣ ਹੈ, ਮੇਰੇ ਕਲਾ ਫਿਰ ਇਕੱਠਾ ਕਰ ਲਾਂਗੀ। ਉਹਨੇ ਚੰਗਾ ਕਿਹਾ, ਮੰਦਾ ਨਹੀਂ ਬੋਲਿਆ, ਕਿਉਂਕਿ ਉਹਦੇ ਅੰਦਰ ਗੁਣ ਹੈ। ਚੰਗਾ ਬੰਦਾ ਚੰਗਿਆਈਆਂ ਭਾਲਦਾ ਹੈ, ਚੰਗਿਆਈਆਂ ਮਿਲ ਜਾਂਦੀਆਂ ਹੈ, ਤੇ ਜੋ ਬੁਰਾ ਬੰਦਾ ਹੁੰਦਾ ਹੈ ਉਹ ਬੁਰਾਈਆਂ ਹੀ ਭਾਲਦਾ ਹੈ। ਚੰਗੀਆਂ ਵਿੱਚੋਂ ਵੀ ਬੁਰਾਈਆਂ ਹੀ ਭਾਲਦਾ ਹੈ। ਬੰਦਾ ਸਾਹਮਣੇ ਚੰਗਾ ਹੈ, ਚੰਗੇ ਵਿੱਚੋਂ ਵੀ ਉਹ ਗੁਣ ਨਹੀਂ ਲੈਣੇ, ਤੱਤ ਨਹੀਂ ਲੈਣੇ, ਹੱਕ ਨਹੀਂ ਲੈਣੇ, ਗਿਆਨ ਨਹੀਂ ਲੈਣਾ, ਉਹ ਗਿਆਨ ਦੇ ਵਿੱਚ ਵੀ, ਹੱਕ ਵਿੱਚੋਂ ਵੀ ਬੁਰਾ ਹੀ ਭਾਲਣਾ, ਕਿਉਂਕਿ ਉਹਦੀ ਚੋਣੀ ਸੋਚ ਹੀ ਬੁਰੀ ਹੈ, ਉਹਨੇ ਖੋਜ ਹੀ ਬੁਰੇ ਦੀ ਕਰਨੀ ਹੈ। ਜਿਵੇਂ ਇੱਕ ਚੋਰ ਨੂੰ ਸਾਰੇ ਚੋਰ ਨਜ਼ਰ ਆਉਂਦੇ ਹੈ, ਇੱਕ ਸੰਤ ਨੂੰ ਸਾਰੇ ਸੰਤ ਨਜ਼ਰ ਆਉਂਦੇ, ਰੱਬ ਦਾ ਨੂਰ, ਰੱਬ ਦੀ ਜੋਤ, ਸਾਰੇ ਰੱਬ ਹੀ ਨਜ਼ਰ ਆਉਂਦੇ ਉਹਨੂੰ। ਜਿਵੇਂ ਭਗਤ ਨਾਮਦੇਵ ਜੀ ਕੁੱਤੇ ਪਿੱਛੇ ਦੌੜੇ ਹੈ, ਕਹਿੰਦੇ ਇਹਦੇ ਅੰਦਰ ਹੀ ਭਗਵਾਨ ਦਾ ਨੂਰ ਹੈ, ਰੱਬ ਦਾ ਨੂਰ ਹੈ, ਇਹਨੂੰ ਮੈਂ ਰੋਟੀ ਖਵਾਵਾਂ, ਮੇਰੀ ਅੱਧੀ ਰੋਟੀ ਲੈ ਗਿਆ, ਮੈਂ ਪੂਰੀ ਖਵਾਵਾਂ ਇਹਨੂੰ, ਇਹਦੇ ਅੰਦਰ ਹੀ ਭਗਵਾਨ ਵਸਦਾ ਹੈ, ਉਹਦਾ ਨੂਰ ਵਸਦਾ ਹੈ। ਕਿਉਂਕਿ ਉਹ ਜੀਵ ਹੈ ਜਿਹਨਾਂ ਨੂੰ ਹਰ ਜੀਵ ਵਿੱਚ ਭਗਵਾਨ ਦਾ ਨੂਰ ਨਜ਼ਰ ਆਉਂਦਾ ਹੈ, ਉਹ ਰੱਬ ਨਜ਼ਰ ਆਉਂਦਾ ਹੈ। ਜਿਵੇਂ ਕਿ ਚੋਰ ਨੂੰ ਸਾਰੇ ਚੋਰ ਨਜ਼ਰ ਆਉਂਦੇ, ਸਾਹਮਣੇ ਸੰਤ ਹੋਵੇ, ਕਹਿਣਾ ਇਹ ਵੀ ਠੱਗ ਚੋਰ ਹੀ ਹੈ, ਦੁਨੀਆ ਨੂੰ ਲੁੱਟਦਾ ਹੈ, ਕਿਉਂਕਿ ਉਹਦੀ ਭਾਵਨਾ ਚੋਰ ਵਾਲੀ ਹੈ। ਜੋ ਆਪ ਚੋਰ ਹੈ, ਦੂਸਰਾ ਵੀ ਚੋਰੀ ਨਜ਼ਰ ਆਉਂਦਾ ਹੈ। ਜੋ ਆਪ ਚੰਗਾ ਹੈ ਤਾਂ ਸਾਰੇ ਚੰਗੇ ਨਜ਼ਰ ਆਉਂਦੇ ਆ। ਬਸ ਇਹ ਕਥਾ ਕਹਾਣੀ ਹੈ। ਚੰਗਾ ਭਾਲੋਗੇ, ਚੰਗਾ ਇਕੱਠਾ ਕਰ ਲਓਗੇ, ਬੁਰਾ ਭਾਲੋਗੇ, ਬੁਰਾ ਹੀ ਸਮਟੋਗੇ, ਬੁਰਾ ਹੀ ਇਕੱਠਾ ਕਰਾਓਗੇ। ਸਾਹਮਣੇ ਚੰਗਾ ਹੋਵੇ, ਚੰਗੇ ਵਿੱਚੋਂ ਵੀ ਬੁਰਾ ਹੀ ਭਾਲੋਗੇ, ਕਮੀਆਂ ਭਾਲੋਗੇ। ਸੋ ਇਹ ਸੋਚ ਮਧੂਮੱਖੀ ਵਾਲੀ ਤੇ ਘਰੇਲੂ ਮੱਖੀ ਵਾਲੀ। ਸੋ ਅੱਗੇ ਵੱਧਦੇ ਅੱਜ ਦੇ ਵਿਚਾਰ ਤੇ, ਕਿ ਬਾਣੀ ਪੜ੍ਹਦਿਆਂ ਕਿ ਸਾਨੂੰ ਕੀ ਵਿਚਾਰ ਆਏ। ਗੁਰਾਂ ਦਾ ਮੁੱਖ ਵਾਕ ਲਿਆ ਹੈ ਅੰਮ੍ਰਿਤ ਵੇਲੇ, ਸਤਿਨਾਮ ਕਹਿ ਕੇ ਪਹਿਲਾ ਮੁੱਖ ਵਾਕ ਇਹੀ ਆਇਆ ਕਿ ਜਿਵੇਂ ਵੰਡੇ ਤਾਜ਼ਗੀ ਫੁੱਲਾਂ ਦੀ ਖੁਸ਼ਬੂ, ਜਗ 'ਚ ਵੰਡੇ ਰੋਸ਼ਨੀ ਜੂ ਸੂਰਜ ਦੀ ਲੋ। ਏਦਾਂ ਹੀ ਵਿੱਚ ਸੰਸਾਰ ਦੇ ਮਹਾਂਪੁਰਸ਼ਾਂ ਦਾ ਨੂਰ ਵੰਡਦਾ ਜਾਵੇ ਦਿਲਾਂ ਨੂੰ ਖੁਸ਼ੀਆਂ ਦਾ ਸਰੂਰ। ਇਹ ਮੁੱਖ ਵਾਕ ਆਇਆ ਹੈ ਅੰਮ੍ਰਿਤ ਵੇਲੇ। ਹੁਣ ਇੱਥੇ ਮਹਾਂਪੁਰਖਾਂ ਦੀ, ਮਹਾਂਪੁਰਖ ਕੌਣ ਹੈ? ਇੱਕ ਹੁੰਦਾ ਪੁਰਖ, ਪੁਰਸ਼, ਇੱਕ ਹੁੰਦਾ ਮਹਾਂਪੁਰਖ। ਮਹਾਂਪੁਰਖ ਆ ਜਾਂਦੇ ਆ ਸੰਤਾਂ ਵਿੱਚ, ਗੁਰੂਆਂ ਵਿੱਚ, ਰਹਿਬਰਾਂ ਵਿੱਚ। ਉਹਨਾਂ ਰਹਿਬਰਾਂ ਦੀ ਗੱਲ ਕੀਤੀ ਹੈ, ਉਹਨਾਂ ਸੰਤਾਂ ਦੀ ਗੱਲ ਕੀਤੀ ਹੈ ਗੁਰਾਂ ਨੇ, ਕਿ ਜਿਵੇਂ ਤਾਜ਼ਗੀ ਵੰਡਦਾ ਹੈ ਫੁੱਲਾਂ ਦਾ ਖੁਸ਼ਬੂ, ਫੁੱਲਾਂ ਦੀ ਖੁਸ਼ਬੂ ਤਾਜ਼ਗੀ ਵੰਡ ਦਿੰਦੀ ਹੈ, ਹਰਾ ਭਰਾ ਕਰ ਦਿੰਦੀ ਹੈ, ਆਸ ਪਾਸ ਦੇ ਮਾਹੌਲ ਨੂੰ ਤਾਜ਼ਾ ਕਰ ਦਿੰਦੀ ਹੈ। ਏਦਾਂ ਹੀ ਜਗ ਵਿੱਚ ਵੰਡੇ ਰੋਸ਼ਨੀ ਜੋ ਸੂਰਜ ਦੀ ਲੋ। ਕਹਿੰਦੇ ਜਿਵੇਂ ਸੂਰਜ ਚੜ੍ਹਦਾ ਹੈ ਤੇ ਚੌਂ ਕੋਟਾਂ ਵਿੱਚ ਆਪਣਾ ਪ੍ਰਕਾਸ਼ ਕਰ ਦਿੰਦਾ ਹੈ, ਆਪਣੀ ਰੋਸ਼ਨੀ ਕਰ ਦਿੰਦਾ ਹੈ, ਆਪਣੀ ਜੋਤ ਜਗਾ ਕੇ। ਪਹਿਲਾਂ ਹਨੇਰਾ ਹੁੰਦਾ ਹੈ, ਅੰਧਕਾਰ ਹੁੰਦਾ ਹੈ, ਚੜ੍ਹਦਾ ਹੈ ਸੂਰਜ ਤੇ ਚਾਰੇ ਪਾਸੇ
ਪ੍ਰਕਾਸ਼ ਹੀ ਪ੍ਰਕਾਸ਼ ਕਰ ਦਿੰਦਾ ਹੈ। ਬਿਲਕੁਲ ਇੱਦਾਂ ਹੀ ਉਦਾਹਰਨ ਦਿੱਤੀ ਹੈ ਗੁਰੂ ਮਹਾਰਾਜ ਜੀ ਨੇ। ਬਿਲਕੁਲ ਇੱਦਾਂ ਹੀ ਸੰਤਾਂ ਮਹਾਂਪੁਰਖਾਂ ਦੀ ਕਰਨੀ ਹੈ। ਉਹ ਸੂਰਜ ਦੀ ਤਰ੍ਹਾਂ, ਪ੍ਰਚੇਤਾ ਦੀ ਤਰ੍ਹਾਂ। ਇੱਦਾਂ ਹੀ ਸੰਤ ਮਹਾਂਪੁਰਖ ਸਾਰੇ ਜਗ ਨੂੰ ਗਿਆਨ ਦਾ ਪ੍ਰਕਾਸ਼ ਦਿੰਦੇ ਹੈ, ਗਿਆਨ ਦੀ ਸੋਝੀ ਦਿੰਦੇ ਹੈ, ਗਿਆਨ ਦੀ ਜੋਤ ਦਿੰਦੇ, ਸ਼ਬਦ ਦੀ ਜੋਤ ਦਿੰਦੇ ਹੈ। ਪਰਮਾਤਮਾ ਦੇ ਨਾਮ ਦਾ ਛੱਟਾ ਦੇ ਕੇ ਤਪਦਿਆਂ ਹਿਰਦਿਆਂ ਨੂੰ ਠਾਰਨਾ ਕਰ ਦਿੰਦੇ ਹੈ। ਅੰਦਰ ਦੀ ਅਗਿਆਨਤਾ ਨੂੰ ਦੂਰ ਕਰਕੇ ਗਿਆਨ ਦੇ ਦੀਪਕ ਜਗਾ ਦਿੰਦੇ ਹੈ। ਇਹ ਮਹਾਂਪੁਰਖਾਂ ਦੀ ਕਰਨੀ ਹੈ। ਜਿਵੇਂ ਵੰਡ ਕੇ ਤਾਜ਼ਗੇ ਫੁੱਲਾਂ ਦੀ ਖੁਸ਼ਬੂ, ਜਗ ਵਿੱਚ ਵੰਡੇ ਰੋਸ਼ਨੀ ਜੂੰ ਸੂਰਜ ਦੀ ਲੋ। ਇੱਦਾਂ ਹੀ ਵਿੱਚ ਸੰਸਾਰ ਦੇ ਮਹਾਂਪੁਰਸ਼ਾਂ ਦਾ ਨੂਰ ਵੰਡਦਾ ਜਾਵੇ ਦਿਲਾਂ ਨੂੰ ਖੁਸ਼ੀਆਂ ਦਾ ਸਰੂਰ। ਬਿਲਕੁਲ ਸੂਰਜ ਦੀ ਤਰ੍ਹਾਂ, ਜੇ ਸੂਰਜ ਜਹਾਨ ਨੂਰੋ ਨੂਰ ਕਰ ਦਿੰਦਾ ਹੈ, ਪ੍ਰਕਾਸ਼ਵਾਨ ਕਰ ਦਿੰਦਾ ਹੈ, ਇੱਦਾਂ ਹੀ ਅੰਦਰਲੇ ਅਗਿਆਨਤਾ ਹਨੇਰੇ ਦੂਰ ਕਰਦੇ ਹੈ ਸੰਤਾਂ ਮਹਾਂਪੁਰਖਾਂ ਦੇ ਬਚਨ, ਉਹਨਾਂ ਦੀ ਬਾਣੀ, ਰੱਬ ਦੀ ਸਿਫਤ ਸਲਾਹ। ਜਿਹੜਾ ਨੂਰ ਸਾਨੂੰ, ਜਿਹੜੀ ਜੋਤ ਸਾਨੂੰ ਗੁਰਾਂ ਤੋਂ ਮਿਲਦੀ ਹੈ, ਸੰਤਾਂ ਮਹਾਂਪੁਰਖਾਂ ਤੋਂ ਮਿਲਦੀ ਹੈ, ਉਹ ਅੰਦਰਲੀ ਅਗਿਆਨਤਾ ਨੂੰ ਦੂਰ ਕਰਦੀ ਹੈ। ਅੰਦਰ ਖੁਸ਼ੀਆਂ ਹੈ, ਖੁਸ਼ੀਆਂ ਖੜੇ ਖੜੇ ਆਨੰਦ ਹੀ ਆਨੰਦ ਉਹ ਸੰਤ ਮਹਾਂਪੁਰਖ ਭਰ ਦਿੰਦੇ ਹੈ। ਹੁਣ ਜਿਹਦੇ ਅੰਦਰ ਖੁਸ਼ੀਆਂ ਹੋਣ ਉਹਨੂੰ ਤਾਂ ਸਾਰਾ ਸੰਸਾਰ ਹੀ ਖੁਸ਼ੀ ਨਜ਼ਰ ਆਉਂਦਾ ਹੈ, ਆਨੰਦ ਨਜ਼ਰ ਆਉਂਦਾ ਹੈ। ਹਾਂ ਵੀ ਜਗ ਦੇ ਅੰਦਰ ਆਨੰਦ ਹੀ ਬਹੁਤ ਹੈ, ਜਗ ਦੇ ਅੰਦਰ ਰੌਣਕਾਂ ਹੀ ਬਹੁਤ ਹੈ, ਜਗ ਵਿੱਚ ਖੁਸ਼ੀਆਂ ਬਹੁਤ ਹੈ। ਉਹਨੂੰ ਕੋਈ ਦੁਖੀ ਨਹੀਂ ਨਜ਼ਰ ਆਉਂਦਾ, ਕਿਉਂਕਿ ਅੰਦਰ ਖੁਸ਼ੀ ਹੈ, ਅੰਦਰ ਆਨੰਦ ਹੈ। ਸੰਤਾਂ ਮਹਾਂਪੁਰਖਾਂ ਦਾ ਉਹ ਬਖਸ਼ਿਆ ਹੋਇਆ ਨੂਰ ਹੈ ਅੰਦਰ। ਹਰ ਪਾਸੇ ਖੁਸ਼ੀਆਂ ਖੁਸ਼ੀਆਂ ਨਜ਼ਰ ਆਉਂਦੀਆਂ। ਜੇ ਦੁੱਖ ਹੈ ਤੇ ਦੁੱਖਾਂ ਵਿੱਚ ਵੀ ਉਹ ਸੁੱਖਾਂ ਦੀ ਭਾਲ ਕਰਦਾ ਹੈ, ਸਿਮਰਨ ਨਾਲ ਜੁੜਦਾ ਹੈ, ਭਗਤ ਨਾਲ ਜੁੜਦਾ ਹੈ। ਸੋ ਇੱਦਾਂ ਹੈ। ਹੁਣ ਇਹ ਚੀਜ਼ ਹੋਰਨਾਂ ਜੀਵਾਂ ਨੂੰ ਕਿਉਂ ਮਹਿਸੂਸ ਨਹੀਂ ਹੁੰਦੀ? ਸਾਰੇ ਜੀਵਾਂ ਨੂੰ ਇਹ ਚੀਜ਼ ਮਹਿਸੂਸ ਕਿਉਂ ਨਹੀਂ ਹੁੰਦੀ? ਇਹ ਗੁਰਮੁਖਾਂ ਨੂੰ ਕਿਉਂ ਮਹਿਸੂਸ ਹੁੰਦੀ ਹੈ? ਭਗਤਾਂ ਨੂੰ ਕਿਉਂ ਮਹਿਸੂਸ ਹੁੰਦੀ ਹੈ? ਇਹ ਚੀਜ਼ ਗੁਰੂਆਂ ਨੇ ਕਿਉਂ ਮਹਿਸੂਸ ਕੀਤੀ ਹੈ? ਕਿਉਂਕਿ ਉਹਨਾਂ ਕੋਲ ਅੱਖ ਸੀ, ਉਹ ਰੱਬੀ ਅੱਖ ਸੀ, ਉਹ ਰੱਬੀ ਨੂਰ ਸੀ, ਰੱਬੀ ਜੋਤ ਸੀ ਉਹਨਾਂ ਕੋਲ, ਤਾਂ ਉਹਨਾਂ ਨੇ ਮਹਿਸੂਸ ਕੀਤਾ। ਹੁਣ ਇੱਥੇ ਆ ਜਾਂਦਾ ਹੈ, ਇਨਸਾਨ ਹੁੰਦੇ ਹੈ ਉੱਲੂ ਦੀ ਅੱਖ ਵਾਲੇ। ਬਾਣੀ 'ਚ ਆਉਂਦਾ ਹੈ, ਕੋਈ ਨਾਰਾਜ਼ ਨਾ ਹੋਵੇ, ਦਿਖਾਉਣਾ ਕਰ ਦਿਆਂਗੇ। ਜੇ ਕਿਸੇ ਨੂੰ ਸ਼ੰਕਾ ਹੋਵੇ ਤਾਂ ਮਹਾਂਪੁਰਖਾਂ ਦੀ ਉਦਾਹਰਨਾਂ ਹੈ ਕਿ ਪਿਆਰੇ ਕੋਈ ਜੀਵ ਹੁੰਦੇ ਆ ਇਹੋ ਜਿਹੇ ਜੋ ਉੱਲੂ ਦੀ ਭਾਵਨਾ ਵਾਲੇ ਹੁੰਦੇ ਆ। ਹੁਣ ਬਾਹਰ ਸੂਰਜ ਪ੍ਰਕਾਸ਼ ਦੇ ਰਿਹਾ ਹੈ, ਅੰਮ੍ਰਿਤ ਵੇਲਾ ਹੋ ਗਿਆ, ਅਤੇ ਕਈਆਂ ਨੂੰ ਇਸ ਸੂਰਜ ਦੀ ਕਦਰ ਹੀ ਹੈ ਨਹੀਂ, ਉਹ ਮਹਿਸੂਸ ਨਹੀਂ ਕਰਦੇ ਆਨੰਦ ਨੂੰ, ਕਿਉਂਕਿ ਉਹਨਾਂ ਕੋਲ ਦੇਖਣ ਵਾਲੀ ਅੱਖ ਹੈ ਨਹੀਂ ਹੈ, ਮਹਿਸੂਸ ਕਰਨ ਵਾਲਾ ਗਿਆਨ ਹੈ ਨਹੀਂ। ਸੰਤਾਂ ਮਹਾਂਪੁਰਖਾਂ ਹਰ ਪਾਸੇ ਰਹਿਮਤਾਂ ਬਖਸ਼ਿਸ਼ ਕਰਦੇ, ਹਰ ਪਾਸੇ ਖੁਸ਼ੀਆਂ ਬਖਸ਼ਿਸ਼ ਕਰਦੇ। ਉਹ ਪਰਮਾਤਮਾ ਦੀਆਂ ਰਹਿਮਤਾਂ ਬਖਸ਼ਿਸ਼ਾਂ ਹਰ ਰੋਜ਼ ਹੀ ਬਰਸ ਰਹੀਆਂ ਨੇ, ਪਰ ਬੰਦਾ ਮਹਿਸੂਸ ਨਹੀਂ ਕਰਦਾ। ਬੰਦਾ ਮਹਿਸੂਸ ਨਹੀਂ ਕਰਦਾ, ਉਹਨੂੰ ਮਹਿਸੂਸ ਨਹੀਂ ਹੁੰਦਾ, ਉਹ ਵੇਖ ਹੀ ਨਹੀਂ ਸਕਦਾ। ਰੱਬ ਮੇਰੇ 'ਤੇ ਤਾਂ ਕੋਈ ਖੁਸ਼ੀ ਨਹੀਂ ਬਰਸਾਉਂਦਾ, ਕੋਈ ਰਹਿਮਤਾਂ ਨਹੀਂ ਬਰਸਾਉਂਦਾ, ਉਹ ਮਹਿਸੂਸ ਨਹੀਂ ਕਰਦਾ, ਕਿਉਂਕਿ ਉਹਦੇ ਕੋਲ ਅੱਖ ਨਹੀਂ ਹੈ ਦੇਖਣ ਵਾਲੀ। ਉਹਦੀ ਭਾਵਨਾ ਉੱਲੂ ਵਾਲੀ ਭਾਵਨਾ ਹੈ। ਜੇ ਉੱਲੂ ਹੁੰਦਾ ਉਹਨੂੰ ਸੂਰਜ ਦਾ ਪ੍ਰਕਾਸ਼ ਨਜ਼ਰ ਨਹੀਂ ਆਉਂਦਾ, ਸੂਰਜ ਨਜ਼ਰ ਨਹੀਂ ਆਉਂਦਾ। ਉੱਲੂ ਕਹਿੰਦਾ ਕਿ ਸੂਰਜ ਹੈ ਹੀ ਨਹੀਂ। ਉੱਲੂ ਕਹਿੰਦਾ ਸੂਰਜ ਨਾਮ ਦੀ ਕੋਈ ਚੀਜ਼ ਹੀ ਹੈ ਨਹੀਂ, ਪ੍ਰਕਾਸ਼ ਨਾਮ ਦੀ, ਨੂਰ ਨਾਮ ਦੀ, ਜੋਤ ਨਾਮ ਦੀ ਕੋਈ ਚੀਜ਼ ਹੀ ਹੈ ਨਹੀਂ। ਉਹ ਆਪ ਹਨੇਰੇ ਵਿੱਚ ਹੈ ਤੇ ਹਨੇਰੇ ਨਜ਼ਰ ਆਉਂਦਾ ਹੈ ਉਹਨੂੰ। ਸੂਰਜ ਹੈ, ਪ੍ਰਕਾਸ਼ ਹੈ, ਜੋਤ ਹੈ, ਚਾਨਣ ਹੈ,
ਪਰ ਉਹਨੂੰ ਨਜ਼ਰ ਨਹੀਂ ਆਉਂਦਾ, ਕਿਉਂਕਿ ਉਹ ਅਗਿਆਨਤਾ ਦੇ ਹਨੇਰੇ ਵਿੱਚ ਖੁੱਭਿਆ ਪਿਆ, ਦੇਖਣ ਵਾਲੀ ਅੱਖ ਹੀ ਹੈ ਨਹੀਂ। ਕਈ ਇਨਸਾਨ ਹੁੰਦੇ ਆ, ਰੱਬ ਰਹਿਮਤਾਂ ਬਰਸਾਉਂਦਾ ਹੈ, ਖੁਸ਼ੀਆਂ ਬਰਸਾਉਂਦਾ ਹੈ, ਇਹ ਸ਼ਬਦ ਅੰਦਰ ਪ੍ਰਕਾਸ਼ ਕਰਦੇ ਆ ਗੁਰਾਂ ਦੇ, ਇਹ ਨੂਰ ਅੰਦਰਲੀ ਜੋਤ ਨੂੰ ਜਗਾਉਂਦੇ, ਅੰਦਰਲੀ ਖੁਸ਼ੀਆਂ ਨੂੰ ਜਗਾਉਂਦੇ ਆ, ਪਰ ਕੋਈ ਮਹਿਸੂਸ ਨਹੀਂ ਕਰਦਾ, ਕਿਉਂਕਿ ਉਹ ਮਹਿਸੂਸ ਕਰਨ ਵਾਲੀ ਅੱਖ ਹੀ ਹੈ ਨਹੀਂ, ਉਹ ਗਿਆਨ ਹੀ ਹੈ ਨਹੀਂ ਜਿਸ ਗਿਆਨ ਦੇ ਨਾਲ ਮਹਿਸੂਸ ਕਰ ਸਕੀਏ। ਇੱਦਾਂ ਹੀ ਅਮਰ ਕਥਾ ਆਉਂਦੀ ਹੈ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਦੀ। ਕਹਿੰਦੇ ਅੱਖੀ ਧੁੰਦ ਅਗਿਆਨ ਦੀ ਝੂਠੇ ਜੋ ਦਰਬਾਨ, ਕਰਦੇ ਉੱਲੂ ਕਿਸ ਤਰ੍ਹਾਂ ਸੂਰਜ ਦੀ ਪਹਿਚਾਣ। ਉੱਲੂ ਸੂਰਜ ਨੂੰ ਪਹਿਚਾਣਦਾ ਨਹੀਂ ਹੈ ਕਿ ਸੂਰਜ ਹੈ ਕੀ ਹੈ। ਉਹ ਕਹਿੰਦਾ ਸੂਰਜ ਹੈ ਹੀ ਨਹੀਂ, ਚਾਨਣ ਹੈ ਹੀ ਨਹੀਂ, ਉਹ ਕਹਿੰਦਾ ਹਨੇਰਾ ਹੀ ਹਨੇਰਾ ਹੈ, ਕਿਉਂਕਿ ਦਿਖਾਈ ਉਹਨੂੰ ਆਪ ਨੂੰ ਨਹੀਂ ਦਿੰਦਾ, ਮਹਿਸੂਸ ਉਹ ਆਪ ਨਹੀਂ ਕਰਦਾ, ਤੇ ਤਾਨੇ ਦਿੰਦਾ ਹੈ ਸੂਰਜ ਨੂੰ। ਕਹਿੰਦਾ ਭਾਈ ਤੁਸੀਂ ਝੂਠੇ ਆ। ਹੋਰਾਂ ਪੰਛੀਆਂ ਨੂੰ ਕਹਿੰਦਾ, ਜਾਨਵਰਾਂ ਨੂੰ ਕਹਿੰਦਾ ਭਾਈ ਤੁਸੀਂ ਝੂਠੇ ਆ, ਸੂਰਜ ਨਾਮ ਦੀ ਕੋਈ ਚੀਜ਼ ਹੈ ਨਹੀਂ। ਇਹੋ ਜਿਹੇ ਬੰਦੇ ਵੀ ਹੈ ਜਿਹੜੇ ਕਹਿੰਦੇ ਰੱਬ ਦੀ ਰਹਿਮਤ ਹੈ ਨਹੀਂ, ਉਹ ਰੱਬ ਹੈ ਨਹੀਂ, ਉਹ ਹੱਕ ਹੈ ਨਹੀਂ, ਸਤਿਗੁਰ ਹੈ ਨਹੀਂ, ਉਹ ਸਤਿਗੁਰੂ ਗੁਰੂ ਪਰਮਾਤਮਾ ਹੈ ਨਹੀਂ। ਉਹਨਾਂ ਦੀ ਭਾਵਨਾ ਹੁੰਦੀ ਹੈ ਉੱਲੂਆਂ ਵਾਲੀ, ਸਾਹਮਣੇ ਸਭ ਕੁਝ ਹੋ ਰਿਹਾ, ਉਹ ਰਹਿਮਤਾਂ ਬਰਸਾ ਰਿਹਾ, ਖੁਸ਼ੀਆਂ ਬਰਸਾ ਰਿਹਾ, ਪਰ ਮਹਿਸੂਸ ਨਹੀਂ ਕਰ ਰਿਹਾ, ਕਿਉਂਕਿ ਅਗਿਆਨਤਾ ਦੇ ਹਨੇਰੇ ਅੰਦਰ ਹੈ, ਅੱਖਾਂ ਭਰੀਆਂ ਹੋਈਆਂ ਅਗਿਆਨਤਾ ਦੀ ਧੁੰਦ ਦੇ ਨਾਲ। ਬਾਹਲੀ ਧੁੰਦ ਹੋਵੇ ਨਾ ਕੋਈ ਵਿਖਾਈ ਨਹੀਂ ਦਿੰਦਾ, ਜਿਵੇਂ ਸਰਦੀ ਆਉਂਦੀ ਹੈ, ਬਾਹਲੀ ਧੁੰਦ ਹੋਵੇ, 2 ਮੀਟਰ ਤੇ ਆਪਣਾ ਜੀਵ ਹੋਵੇ, ਪਿਆਰਾ ਹੋਵੇ, ਕੋਈ ਵਿਖਾਈ ਨਹੀਂ ਦਿੰਦਾ। ਅੱਖੀ ਧੁੰਦ ਅਗਿਆਨ ਦੀ, ਅਗਿਆਨਤਾ ਦੀ ਧੁੰਦ ਦੇ ਕਾਰਨ ਕੋਈ ਵਿਖਾਈ ਦਿੰਦਾ ਹੀ ਨਹੀਂ। ਦੋਸ਼ ਕਿਹਦਾ? ਅੱਖਾਂ ਵਿੱਚ ਧੁੰਦ ਅਗਿਆਨ ਦੀ ਹੈ, ਜਿਹਦਾ ਆਪ ਨੂੰ ਨਹੀਂ ਹੈ, ਦੋਸ਼ ਝੂਠਾ ਕਰਨਾ ਦੂਜੇ ਨੂੰ। ਇਹ ਹੁੰਦੀ ਹੈ ਉੱਲੂ ਵਾਲੀ ਭਾਵਨਾ। ਇਹੋ ਜਿਹੇ ਬਹੁਤ ਜੀਵ ਨੇ ਉੱਲੂ ਵਾਲੀ ਭਾਵਨਾ ਵਾਲੇ, ਰੱਬ ਦੀਆਂ ਰਹਿਮਤਾਂ ਨੂੰ ਉਹ ਮਹਿਸੂਸ ਨਹੀਂ ਕਰਦੇ, ਉਹ ਖੁਸ਼ੀਆਂ ਨੂੰ ਮਹਿਸੂਸ ਨਹੀਂ ਕਰਦੇ, ਕਹਿੰਦੇ ਰੱਬ ਹੈ ਹੀ ਨਹੀਂ, ਸਤਿਗੁਰ ਹੈ ਹੀ ਨਹੀਂ। ਅੱਖੀ ਧੁੰਦ ਅਗਿਆਨ ਦੀ ਝੂਠੇ ਜੋ ਦਰਬਾਨ, ਕਰਦੇ ਉੱਲੂ ਕਿਸ ਤਰ੍ਹਾਂ ਸੂਰਜ ਦੀ ਪਹਿਚਾਣ। ਸਮਝ ਨਾ ਸਕੇ ਗੁਰਾਂ ਨੂੰ ਲੋਭੀ ਤੇ ਅਣਜਾਣ, ਕਿਣਕੇ ਲਾਉਂਦੇ ਕਿਸ ਤਰ੍ਹਾਂ ਪਰਬਤ ਦਾ ਅਨੁਮਾਨ। ਗੱਲ ਬੜੀ ਸਮਝਣ ਵਾਲੀ ਹੈ, ਵਿਸ਼ਾ ਬੜਾ ਡੂੰਘਾ ਹੈ। ਹੁਣ ਦੇਖੋ ਅੱਜ ਦੇ ਜੀਵ ਨੂੰ ਸੰਤ ਰਹਿਬਰ ਗੁਰੂ ਪੀਰ ਆਪਣੀ ਬਾਣੀ ਰਾਹੀਂ, ਸ਼ਬਦਾਂ ਰਾਹੀਂ, ਪਰਮਾਤਮਾ ਦੇ ਨਾਮ ਰਾਹੀਂ ਸੱਚ ਦਾ ਰਾਹ ਦਿਖਲਾ ਰਹੇ ਆ, ਨਾਮ ਦੇ ਰਾਹੀਂ, ਸ਼ਬਦ ਦੇ ਰਾਹੀਂ। ਪਰ ਬੰਦੇ ਨੂੰ ਹੱਕ ਦਾ, ਸੱਚ ਦਾ, ਰਹਿਮਤਾਂ ਵਾਲਾ, ਉਹ ਆਨੰਦ ਵਾਲਾ ਰਾਹ ਨਜ਼ਰ ਹੀ ਨਹੀਂ ਆਉਂਦਾ, ਉਹ ਰਾਹ ਹੀ ਨਜ਼ਰ ਆਉਂਦਾ, ਕਿਉਂਕਿ ਅੱਖਾਂ ਵਿੱਚ ਅਗਿਆਨਤਾ ਦਾ ਹਨੇਰਾ ਹੈ, ਅੱਖਾਂ ਵਿੱਚ ਅਗਿਆਨਤਾ ਦੀ ਧੁੰਦ ਹੈ। ਸੰਤ ਮਹਾਂਪੁਰਖਾਂ ਦੇ ਬਚਨ ਖੁਸ਼ੀਆਂ ਬਖਸ਼ਿਸ਼ ਕਰਦੇ ਨੇ, ਭਗਵਾਨ ਦੀ ਸੂਝੀ ਕਰਾਉਂਦੇ, ਸੱਚ ਦਾ ਰਾਹ ਦਿਖਲਾਉਂਦੇ ਆ, ਪਰ ਜਿਹੜਾ ਆਪ ਹੀ ਅਗਿਆਨਤਾ ਹਨੇਰਾ ਭਰਿਆ ਹੋਇਆ, ਉਹਨੂੰ ਸੱਚ ਦਾ ਰਾਹ ਦਿਖਾਈ ਦਿੰਦਾ ਹੀ ਨਹੀਂ। ਅੱਖੀ ਧੁੰਦ ਗਿਆਨ ਦੀ, ਕਿਉਂਕਿ ਭਾਵਨਾ ਉੱਲੂ ਵਾਲੀ ਹੈ, ਅੱਖ ਉੱਲੂ ਵਾਲੀ ਹੈ, ਨਾ ਸਤਿਗੁਰ ਨੂੰ ਪਹਿਚਾਣਦੀ ਹੈ ਤੇ ਨਾ ਉਹ ਰੱਬ ਹੱਕ ਨੂੰ ਪਹਿਚਾਣਦੀ ਹੈ, ਉਹ ਨਜ਼ਰ ਨਹੀਂ ਆਉਂਦਾ। ਅੱਖੀ ਧੁੰਦ ਅਗਿਆਨ ਦੀ ਝੂਠੇ ਜੋ ਦਰਬਾਨ, ਕਰਦੇ ਉੱਲੂ ਕਿਸ ਤਰ੍ਹਾਂ ਸੂਰਜ ਦੀ ਪਹਿਚਾਣ। ਸਤਿਗੁਰੂ ਉਹ ਗਿਆਨ ਦਾ ਸੂਰਜ ਹੈ, ਉਹ ਪਰਮਾਤਮਾ ਸੂਰਜ ਹੈ, ਪਰ ਸੂਰਜ ਦੀ ਕਈਆਂ ਨੂੰ ਪਹਿਚਾਣ ਨਹੀਂ, ਆਪਣੇ ਰਹਿਬਰ ਦੀ, ਆਪਣੇ ਗੁਰਾਂ ਦੀ ਪਹਿਚਾਣ ਹੀ ਨਹੀਂ ਕਿ ਉਹ ਕਰਨੀ ਕੀ ਕਰ ਗਏ ਹੈ, ਸਾਨੂੰ ਸਮਝਾ ਕੇ ਗਏ ਹੈ, ਸਾਨੂੰ ਰਾਹ ਕਿਹੜਾ ਦਿਖਲਾ ਕੇ ਗਏ ਹੈ, ਤੇ ਅਸੀਂ ਕਿਹੜੇ ਰਾਹ 'ਤੇ ਤੁਰੇ ਹਾਂ। ਸਾਡੇ ਸੰਤ ਰਹਿਬਰ ਗੁਰੂ ਪੀਰ ਅਵਤਾਰ ਸਾਨੂੰ ਕਿਹੜਾ ਮਾਰਗ ਦਿਖਲਾ ਕੇ ਗਏ ਹੈ, ਤੇ ਅਸੀਂ ਕਿਹੜੇ ਮਾਰਗ 'ਤੇ ਤੁਰੇ ਜਾ ਰਹੇ ਹਾਂ, ਇਹ ਸੂਝੀ ਨਹੀਂ ਆਉਂਦੀ, ਮਹਿਸੂਸ ਨਹੀਂ ਹੁੰਦਾ, ਕਿਉਂਕਿ ਅੱਖ ਹੀ ਹੈ ਨਹੀਂ, ਉਹ ਗਿਆਨ ਹੀ ਹੈ ਨਹੀਂ ਜੋ ਮਹਿਸੂਸ ਕਰ ਸਕੀਏ। ਹੁਣ ਜਿਹੜੇ ਉਹ ਲੋਕ, ਉਹ ਜੀਵ ਜੋ ਇਸ ਘਰ ਦੇ ਦਰਬਾਨ ਅਖਵਾਉਂਦੇ ਆ, ਗੱਲ ਤੱਤੀ ਹੈ।
ਜੋ ਕਹਿੰਦੇ ਅਸੀਂ ਦਰਬਾਨ ਇਸ ਕਰਦੇ ਹਾਂ, ਕਹਿੰਦੇ ਅੱਖੀ ਧੁੰਦ ਅਗਿਆਨ ਦੀ ਝੂਠੇ ਜੋ ਦਰਬਾਨ। ਦਰਬਾਨ ਕਿਹਨੂੰ ਕਹਿੰਦੇ ਆ ਸਮਝੋ। ਕਈ ਲੋਕ ਹੈ ਜਿਹੜੇ ਕਹਿੰਦੇ ਅਸੀਂ ਘਰ ਦੇ ਦਰਬਾਨ ਹੈ ਭਾਈ, ਪਰ ਭਰੇ ਹੋਏ ਅਗਿਆਨਤਾ ਦੇ ਨਾਲ ਹੈ। ਅਗਿਆਨਤਾ ਨਾਲ ਭਰੇ ਹੋਏ, ਅਗਿਆਨਤਾ ਦੀ ਧੁੰਦ ਵਿੱਚ ਹੈ, ਉਹ ਰੱਬ ਦੀਆਂ ਰਹਿਮਤਾਂ, ਰੱਬ ਨਜ਼ਰ ਆਉਂਦਾ ਹੀ ਨਹੀਂ। ਉਹ ਸਤਿਗੁਰੂ ਦੀਆਂ ਰਹਿਮਤਾਂ ਨਜ਼ਰ ਨਹੀਂ ਆਉਂਦਾ, ਸਤਿਗੁਰੂ ਨੂੰ ਨਹੀਂ ਜਾਣਦੇ ਸਾਡੇ ਸਤਿਗੁਰੂ ਨੇ ਕੀਤਾ ਕੀ ਹੈ, ਕੀ ਸਾਨੂੰ ਦੇ ਗਏ ਹੈ, ਕਿਹੜਾ ਰਾਹ ਸਾਨੂੰ ਦਿਖਲਾ ਗਏ ਹੈ। ਇਹ ਰਾਹ ਤੋਂ ਅਣਜਾਣ ਹੈ, ਕਿਉਂਕਿ ਭਾਵਨਾ ਉੱਲੂ ਵਾਲੀ ਹੈ, ਅੱਖ ਉੱਲੂ ਵਾਲੀ ਹੈ। ਅੱਖੀ ਧੁੰਦ ਅਗਿਆਨ ਦੀ ਝੂਠੇ ਜੋ ਦਰਬਾਨ, ਕਰਦੇ ਉੱਲੂ ਕਿਸ ਤਰ੍ਹਾਂ ਸੂਰਜ ਦੀ ਪਹਿਚਾਣ। ਉਹ ਸੂਰਜ ਰੂਪੀ ਸਤਿਗੁਰੂ ਨੂੰ ਪਹਿਚਾਣਦੇ ਨਹੀਂ, ਉਹਨਾਂ ਦੀ ਕਰਨੀ ਨੂੰ ਪਹਿਚਾਣਦੇ ਨਹੀਂ, ਉਹਨਾਂ ਦੇ ਗਿਆਨ ਨੂੰ ਮਹਿਸੂਸ ਕਰਦੇ ਨਹੀਂ, ਬਾਣੀ ਸ਼ਬਦ ਨੂੰ ਮਹਿਸੂਸ ਕਰਦੇ ਨਹੀਂ, ਕਿਉਂਕਿ ਉੱਲੂ ਵਾਲੀ ਭਾਵਨਾ ਹੈ। ਹੁਣ ਵਿਸ਼ਾ ਬੜਾ ਗਹਿਰਾ ਡੂੰਘਾ ਹੈ। ਹੁਣ ਧੰਨ ਧੰਨ ਸਤਿਗੁਰੂ ਗਿਆਨਨਾਥ ਮਹਾਰਾਜ ਜੀ, ਸਤਿਗੁਰੂ ਹਰਿਨਾਥ ਮਹਾਰਾਜ ਜੀ ਸਾਡੇ ਵਾਸਤੇ ਤਸੀਹੇ ਡਰ ਗਏ ਹੈ, ਦੁੱਖ ਝੋਲੀ ਭਰ ਗਏ ਹੈ, ਕੁਰਬਾਨੀਆਂ ਦੇ ਗਏ ਹੈ, ਖੂਨ ਬਹਾ ਗਏ ਆਪਣਾ, ਤੇ ਸਾਨੂੰ ਬਦਲੇ ਵਿੱਚ ਧਰਮ ਸਥਾਨ, ਕੇਂਦਰ ਸਥਾਨ ਦੇ ਗਏ ਹੈ। ਜਿੱਥੇ 800 ਤੀਰਥ ਝੁਕਦੇ ਹੈ, ਉਹ 800 ਤੀਰਥਾਂ ਦਾ ਕੇਂਦਰ ਸਥਾਨ ਪਾਵਨ ਪਵਿੱਤਰ ਵਾਲਮੀਕ ਸਥਾਨ ਜਿਹੜੇ ਸੰਤ ਰਹਿਬਰ ਸਾਨੂੰ ਦੇ ਗਏ, ਸਾਡੀ ਝੋਲੀ ਪਾ ਗਏ ਹੈ, ਉਹਨਾਂ ਦਾ ਅਹਿਸਾਸ ਹੀ ਕੋਈ ਨਹੀਂ। ਤਾਂ ਇੱਥੋਂ ਕੀ ਮਹਿਸੂਸ ਹੁੰਦਾ ਹੈ? ਸਮਝ ਨਾ ਸਕੇ ਗੁਰਾਂ ਨੂੰ ਲੋਭੀ ਤੇ ਅਣਜਾਣ, ਕਿਣਕੇ ਲਾਉਂਦੇ ਕਿਸ ਤਰ੍ਹਾਂ ਪਰਬਤ ਦਾ ਅਨੁਮਾਨ। ਕਿ ਆਪਣੇ ਗੁਰਾਂ ਦੀ ਕਰਨੀ ਨੂੰ ਸਮਝ ਸਕੇ ਨਹੀਂ, ਉਹਨਾਂ ਨੇ ਬਖਸ਼ੇ ਹੋਏ ਗਿਆਨ ਨੂੰ, ਹੁਕਮ ਨੂੰ ਸਮਝ ਸਕੇ ਨਹੀਂ, ਉਹਨਾਂ ਦੀ ਰਹਿਮਤਾਂ ਬਖਸ਼ਿਸ਼ਾਂ ਨੂੰ ਸਮਝ ਸਕੇ ਨਹੀਂ, ਜਾਣ ਸਕੇ ਨਹੀਂ, ਕਿਉਂਕਿ ਅੱਖ ਉੱਲੂ ਵਾਲੀ ਹੈ, ਭਾਵਨਾ ਉੱਲੂ ਵਾਲੀ ਹੈ, ਲੋਭ ਹੈ, ਅਣਜਾਣ ਹੈ, ਲੋਭੀ ਅਣਜਾਣ। ਬਹੁਤਾ ਪਾਉਣ ਦੀ ਖਿੱਚ ਹੋਵੇ, ਲੋਭ ਹੋਵੇ, ਤਾਂ ਉੱਥੇ ਵੀ ਕੁਝ ਬਰਕਤਾਂ ਨਹੀਂ ਆਉਂਦੀਆਂ। ਹੁਣ ਇੱਥੇ ਸਾਨੂੰ ਹਜ਼ਰਤ ਈਸਾ ਮਸੀਹ ਦੀ ਕਥਾ ਕਹਾਣੀ ਚੇਤੇ ਆ ਰਹੀ ਹੈ ਲੋਭ ਦੇ ਉੱਪਰ। ਸਮਾਂ ਮਿਲਿਆ ਆਪਾਂ ਕੱਲ੍ਹ ਪਰਸੋਂ ਸਾਂਝੀ ਕਰ ਲਾਂਗੇ, ਪਰ ਅੱਜ ਦੇ ਵਿਸ਼ੇ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਅੱਖੀ ਧੁੰਦ ਅਗਿਆਨ ਦੀ ਝੂਠੇ ਜੋ ਦਰਬਾਨ, ਕਰਦੇ ਉੱਲੂ ਕਿਸ ਤਰ੍ਹਾਂ ਸੂਰਜ ਦੀ ਪਹਿਚਾਣ। ਸਮਝ ਨਾ ਸਕੇ ਗੁਰਾਂ ਨੂੰ ਲੋਭੀ ਤੇ ਅਣਜਾਣ, ਕਿਣਕੇ ਲਾਉਂਦੇ ਕਿਸ ਤਰ੍ਹਾਂ ਪਰਬਤ ਦਾ ਅਨੁਮਾਨ। ਇੱਕ ਮਿੱਟੀ ਦਾ ਕਣ, ਇੱਕ ਮਿੱਟੀ ਦਾ ਕਣ ਜੋ ਖੁਦ ਅਗਿਆਨਤਾ ਦੇ ਹਨੇਰੇ ਵਿੱਚ ਹੈ, ਜੋ ਖੁਦ ਅਗਿਆਨਤਾ ਦੇ ਹਨੇਰੇ ਵਿੱਚ ਹੈ, ਉਹ ਪਰਬਤ ਦਾ ਅਨੁਮਾਨ ਲਗਾਵੇ, ਕਿੱਦਾਂ ਲਗਾਵੇ? ਅਨੁਮਾਨ ਤੋਂ ਅੰਦਾਜ਼ਾ। ਉਹ ਪਰਬਤ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਪਰਬਤ ਹੈ ਕੀ ਹੈ, ਕਿੱਡਾ ਵਿਸ਼ਾਲ ਹੈ, ਕਿੱਡਾ ਉੱਚਾ ਹੈ, ਕਿਉਂਕਿ ਉਹ ਆਪ ਅਗਿਆਨਤਾ ਦੇ ਘੇਰੇ ਵਿੱਚ ਹੈ, ਗਿਆਨਤਾ ਦੀ ਧੁੰਦ ਵਿੱਚ ਹੈ। ਕਿ ਜਿੰਨਾ ਚਿਰ ਉਹ ਆਪਣੇ ਆਪ ਨੂੰ ਸਮਝਦਾ ਨਹੀਂ ਹੈ, ਉਹ ਗਿਆਨ ਦੇ ਖੇਤਰ ਵਿੱਚ ਨਹੀਂ ਆਉਂਦਾ, ਉਹਨਾਂ ਚਿਰ ਪਰਬਤ ਨੂੰ ਸਮਝ ਸਕਦਾ ਹੀ ਨਹੀਂ। ਕਿ ਜਿਸ ਦਿਨ ਉਹਨੂੰ ਹੋ ਗਿਆ ਗਿਆਨ, ਮਹਿਸੂਸ ਕਰ ਲਿਆ ਪਰਬਤ ਦੀ ਕਰਨੀ ਨੂੰ, ਉਹ ਪਰਬਤ ਦੇ ਨਾਲ ਟੱਚ ਹੋ ਜਾਏਗਾ, ਉਹ ਕਿਣਕਾ। ਕਿ ਜਿਸ ਦਿਨ ਪਰਬਤ ਦੇ ਨਾਲ ਟੱਚ ਹੋ ਗਿਆ ਕਿਣਕਾ ਮਿੱਟੀ ਦਾ, ਤੇ ਖੁਦ ਪਰਬਤ ਹੀ ਹੋ ਜਾਵੇਗਾ। ਸੋ ਇਦਾਂ ਹੀ ਸੰਤ ਰਹਿਬਰ ਗੁਰੂ ਪੀਰ ਹੈ। ਹੁਣ ਗੁਰੂ ਪੀਰ ਇੱਕ ਪਾਰਸ ਦੀ ਤਰ੍ਹਾਂ ਹੈ। ਜਿਹਨੂੰ ਪਾਰਸ ਦਾ ਗਿਆਨ ਹੀ ਨਹੀਂ, ਜਿਹਨੂੰ ਪਾਰਸ ਦਾ ਗਿਆਨ ਹੀ ਨਹੀਂ, ਉਹ ਪਾਰਸ ਨਾਲ ਟੱਚ ਕਿੱਦਾਂ ਹੋਵੇ? ਕਿ ਜਿਸ ਦਿਨ ਹੋ ਗਿਆ ਪਾਰਸ ਦਾ ਗਿਆਨ, ਉਹ ਪਾਰਸ ਨਾਲ ਹੋ ਜਾਏਗਾ ਟੱਚ, ਤੇ ਖੁਦ ਹੋ ਜਾਏਗਾ ਪਾਰਸ, ਖੁਦ ਪਾਰਸ ਹੋ ਜਾਏਗਾ। ਕਿ ਜਿਸ ਦਿਨ ਗਿਆਨ ਹੋ ਗਿਆ, ਸੋਝੀ ਆ ਗਈ, ਜਦੋਂ ਦੇਖਣ ਵਾਲੀ ਅੱਖ ਮਿਲ ਗਈ ਸੰਤਾਂ ਤੋਂ, ਰਹਿਬਰਾਂ ਤੋਂ, ਗੁਰੂਆਂ ਤੋਂ, ਉਹ ਮਹਿਸੂਸ ਕਰਨ ਵਾਲਾ ਰੱਬ ਨੂੰ ਗਿਆਨ ਮਿਲ ਗਿਆ ਸੰਤਾਂ ਤੋਂ, ਗੁਰੂਆਂ ਤੋਂ, ਰਹਿਬਰਾਂ ਤੋਂ, ਉਦੋਂ ਫਿਰ ਉਹ ਆਪ ਹੀ ਪਾਰਸ ਹੋ ਜਾਏਗਾ, ਆਪ ਹੀ ਪਰਬਤ ਹੋ ਜਾਏਗਾ। ਜਿਸ ਦਿਨ ਗਿਆਨ ਰੂਪੀ ਸੂਰਜ ਨੂੰ ਸਮਝ ਲਿਆ, ਗਿਆਨ ਰੂਪੀ ਸਤਿਗੁਰੂ ਨੂੰ ਸਮਝ ਲਿਆ, ਉਹ ਸੂਰਜ ਨਾਲ ਜੁੜ ਗਏ, ਟੱਚ ਹੋ ਗਏ, ਤੇ ਉਸ ਦਿਨ ਆਪ ਹੀ ਸੂਰਜ ਹੋ ਜਾਵਾਂਗੇ। ਸੋ ਇੰਨੀ ਕੀ ਗੱਲ ਹੈ ਭਾਈ। ਸੋ ਗੁਰਾਂ ਤੋਂ ਲਈਏ ਗਿਆਨ ਦੀ ਅੱਖ, ਲਈਏ ਉਹ ਪ੍ਰਮਾਤਮਾ ਨੂੰ ਮਹਿਸੂਸ ਕਰਨ ਵਾਲਾ ਗਿਆਨ, ਆਪਣੇ ਸੰਤਾਂ ਰਹਿਬਰਾਂ ਦੀ ਕਰਨੀ ਨੂੰ ਸਮਝੀਏ,
ਅਗਿਆਨਤਾ ਨੂੰ ਛੱਡ ਕੇ ਗਿਆਨ ਦੇ ਚਾਨਣ ਵਿੱਚ ਆਈਏ। ਫਿਰ ਆਪਣੇ ਗੁਰੂਆਂ ਦੀ, ਰਹਿਬਰਾਂ ਦੀ ਕਦਰ ਵੀ ਹੋਵੇਗੀ, ਸਮਝ ਵੀ ਲਵਾਂਗੇ ਉਹਨਾਂ ਨੂੰ ਕਿ ਕੀ ਕਰ ਗਏ ਹੈ, ਤੇ ਕਿਹੜਾ ਰਾਹ ਸਾਨੂੰ ਉਹ ਦਿਖਲਾ ਗਏ ਹੈ, ਕਿਹੜਾ ਮਾਰਗ ਸਾਨੂੰ ਦਿਖਲਾ ਗਏ ਹੈ, ਕਿਹੜਾ ਸ਼ਬਦ ਉਪਦੇਸ਼ ਸਾਨੂੰ ਦੇ ਗਏ ਹੈ। ਫਿਰ ਸੋਝੀ ਆ ਜਾਣੀ ਹੈ। ਫਿਰ ਝੂਠੇ ਦਰਬਾਰ ਤੋਂ ਇੱਕ ਦਿਨ ਸੱਚੇ ਦਰਬਾਰ ਹੋ ਜਾਣਗੇ, ਸੱਚੇ ਦਰਬਾਰ ਹੋ ਜਾਣਗੇ, ਪੈਰੋਕਾਰ ਬਣ ਜਾਣਗੇ। ਜਿਸ ਦਿਨ ਆਪਣੇ ਸੰਤਾਂ ਰਹਿਬਰਾਂ ਦੀ ਕਰਨੀ ਬਾਰੇ ਸਾਨੂੰ ਸਮਝ ਆ ਗਈ, ਮਹਿਸੂਸ ਕਰ ਲਿਆ ਉਹਨਾਂ ਦੀ ਕਰਨੀ ਨੂੰ। ਜੇ ਇੱਥੇ ਸਮਝ ਹੁੰਦੀ, ਮਹਿਸੂਸ ਹੁੰਦਾ ਕਿ ਗੁਰੂ ਗਿਆਨ ਨਾਲ ਸਾਡੇ ਵਾਸਤੇ ਕੀ ਕਰ ਗਏ ਹੈ, ਸਤਿਗੁਰੂ ਰਵਿਦਾਸ ਸਾਡੇ ਵਾਸਤੇ ਕੀ ਕਰ ਗਏ ਹੈ, ਕਬੀਰ ਦਾਸ ਜੀ ਸਾਡੇ ਵਾਸਤੇ ਕੀ ਕਰ ਗਏ, ਨਾਮਦੇਵ ਜੀ ਸਾਡੇ ਵਾਸਤੇ ਕੀ ਕਰ ਗਏ ਹੈ, ਤਾਂ ਇੱਥੇ ਰੌਣਕਾਂ ਹੁੰਦੀਆਂ, ਰੌਣਕਾਂ ਹੁੰਦੀਆਂ ਇੱਥੇ। ਕਿਉਂਕਿ ਅਜੇ ਮਹਿਸੂਸ ਨਹੀਂ ਹੈ, ਅਜੇ ਵੀ ਅਗਿਆਨਤਾ ਦੇ ਹਨੇਰੇ ਵਿੱਚ ਹੈ। ਅੱਖੀ ਧੁੰਦ ਅਗਿਆਨ ਦੀ ਝੂਠੇ ਜੋ ਦਰਬਾਨ, ਕਰਦੇ ਉੱਲੂ ਕਿਸ ਤਰ੍ਹਾਂ ਸੂਰਜ ਦੀ ਪਹਿਚਾਣ। ਸਮਝ ਨਾ ਸਕੇ ਗੁਰਾਂ ਨੂੰ ਲੋਭੀ ਤੇ ਅਣਜਾਣ, ਕਿਣਕੇ ਲਾਉਂਦੇ ਕਿਸ ਤਰ੍ਹਾਂ ਪਰਬਤ ਦਾ ਅਨੁਮਾਨ। ਕਿ ਜਿੰਨਾ ਚਿਰ ਉਹ ਕਿਣਕੇ ਨੂੰ ਗਿਆਨ ਨਹੀਂ ਮਿਲਦਾ, ਪਰਬਤ ਦੇ ਨਾਲ ਟੱਚ ਨਹੀਂ ਹੁੰਦਾ, ਉਹਨਾਂ ਚਿਰ ਉਹ ਕਿਣਕਾ ਹੀ ਰਹੇਗਾ। ਅੰਦਾਜ਼ਾ ਲਗਾ ਸਕਦਾ ਹੀ ਨਹੀਂ ਕਿ ਪਰਬਤ ਹੈ ਕੀ ਹੈ, ਕਿੱਡਾ ਵਿਸ਼ਾਲ ਹੈ, ਇਹਦੀ ਸ਼ਕਤੀ ਕੀ ਹੈ, ਪਾਵਰ ਕੀ ਹੈ, ਰੁਤਬਾ ਕੀ ਹੈ ਸੰਸਾਰ ਅੰਦਰ, ਉਹ ਅਨੁਮਾਨ ਲਗਾ ਸਕਦਾ ਨਹੀਂ। ਜਿਸ ਦਿਨ ਹੋ ਗਿਆ ਗਿਆਨ, ਜਿਸ ਦਿਨ ਆ ਗਈ ਸੋਝੀ, ਉਹ ਪਰਬਤ ਨਾਲ ਹੋਏਗਾ ਟੱਚ, ਤੇ ਖੁਦ ਪਰਬਤ ਹੋ ਜਾਏਗਾ, ਖੁਦ ਪਰਬਤ ਹੋ ਜਾਏਗਾ। पूजोगे पत्थर तो, कहते पूजोगे पत्थर तो वो भी देवता हो जाएगा, कर बंदगी ए बंदे तू खुद खुदा हो जाएगा। पूजोगे पत्थर को तो वो देवता हो जाएगा, कहते वो तो हम देवता हो गया, हम पत्थर पत्थर नहीं है, देवता हो गया, भगवान हो गया। क्योंकि हम पूजा की है, आराधना की है, भगती की है। कहते कर बंदगी तू ए बंदे तू खुद खुदा हो जाएगा। संत रहबर गुरु पीर सानू राह दिखला रहे है, सानू चानन दे रहे है, साडे राह रोशना रहे है, सानू रोशनियां बरकतां दे रहे है। पर साड़ी महसूस करने वाली अख नहीं है, ज्ञान नहीं महसूस कर सकी है, देखने वाली अख नहीं है, क्योंकि भावना जे उल्लू वाली है भाई। सो उल्लू वाली भावना छड्डीए ते सच्चे दरबान बनीए, सच्चे पैरोकार बनीए, ज्ञान के खेतर च आईए। सो इत्थे आपां रसना दिंदे आ विश्राम। सो कोई भी जीव आके अपनी मत दे सकता है, जिन्नी गहरी मत होएगी उन्हें डूंगे विचार जाणगे। जिन्नी कि सानू दादा जी ने मत बख्शी है, उस अनुसार विचार रखे हैं। अखी धुंध अगियान दी झूठे जो दरबान, करदे उल्लू किस तरह सूरज की पहचान। क्योंकि उल्लू नूं सूरज की पहचान नहीं है, उल्लू नूं सूरज की सोझी नहीं है, वो जोत बारे वो जानता नहीं, खुद हनेरे विच है ते सारा संसार हनेरे नज़र आउंदा है। वो कहता सूरज है नहीं। हुण हज़ारां सूरज, हज़ारां उल्लू मिल के भी, हज़ारां उल्लू मिल के भी कहन कि सूरज है नहीं, वो रब है नहीं, परमात्मा है, जोत है नहीं, कि तुसी ये महसूस कर लोगे, तुसी ये सच मान लोगे कि हाँ भी सूरज है नहीं। जे हज़ारां उल्लू तुहानूं कहन कि बंदिया तू झूठा है, सूरज है नहीं, और रब है नहीं, वो हक है नहीं, सतगुर है नहीं, जे तुसी ये हामी भरदे हो कि हाँ भी उल्लू सूरज है नहीं, फिर तुसी भी उहदे बराबर ही है, असी भी उहदे बराबर ही हैं। जे असी हामी भर दईए कि हाँ भी उल्लू तू सच्चा है, सूरज है नहीं, तो असी भी उल्लू ही हाँ। फिर असी भी उल्लू ही हैं जे असी उल्लू की हामी भरते हैं। तो हज़ारां उल्लू आ जाण, वो कहन कि सूरज नाम की चीज़ है नहीं, पर असी कहांगे नहीं भाई, तू अज्ञानता के हनेरे विच है, अज्ञानता हनेरे चों चानण दे प्रकाश च आ, ज्ञान च आ, फिर महसूस कर। तेरे वास्ते सूरज है नहीं, पर साडे वास्ते सूरज सदा ही है, साडे वास्ते सूरज है,
ਸਾਡੇ ਵਾਸਤੇ ਉਹ ਹੱਕ ਸੱਚ ਪਰਮਾਤਮਾ ਵੀ, ਸਾਡੇ ਵਾਸਤੇ ਸਤਿਗੁਰੂ ਵੀ ਹੈ। ਕਿਉਂਕਿ ਸਾਡੇ ਕੋਲ ਉਹ ਅੱਖ ਹੈ, ਉਹ ਗਿਆਨ ਹੈ। ਗਿਆਨ ਨਾਲ ਮਹਿਸੂਸ ਕਰਦੇ ਹਾਂ ਅਤੇ ਅੱਖ ਦੇ ਨਾਲ ਦੇਖ ਸਕਦੇ ਹਾਂ।